ਹੈਲੋ एवरीवन आई होप ऑल ऑफ यू आर डूइंग फाइन। ਅੱਜ ਮੈਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਲੇਟਡ ਕਾਫੀ ਟਾਈਮ ਤੋਂ ਜੋ ਐਂਟੀਸਿਪੇਟ ਕਰ ਰਹੇ ਸੀਗੇ ਚੇਂजेस ਬਿੱਲ C-19 ਨੂੰ ਲੈ ਕੇ ਉਹ ਕਿਸ ਤਰ੍ਹਾਂ ਦੀ ਚੇਂजेस ਆ ਸਕਦੀਆਂ ਉਹਦੇ ਰਿਲੇਟਡ ਮੈਂ ਆਪਣੇ ਇਸ ਵੀਡੀਓ ਦੇ ਵਿੱਚ ਗੱਲ ਕਰੂੰਗਾ। ਅੱਜ ਜੋ ਹੈਗਾ ਸਰਕਾਰ ਨੇ ਕਿਸ ਤਰ੍ਹਾਂ ਦੇ ਚੇਂजेस ਇੰਪਲੀਮੈਂਟ ਉਹ ਕਰਨਗੇ ਉਹਦੇ ਰਿਲੇਟਡ ਕੁਝ ਆਈਡੀਆ ਦਿੱਤਾ ਹੈਗਾ। ਉਹਨਾਂ ਨੇ ਆਰਟੀਕਲ ਰਿਲੀਜ਼ ਕੀਤਾ ਹੈ ਕਿਸ ਤਰ੍ਹਾਂ ਦੀ ਚੇਂजेस ਆ ਸਕਦੀਆਂ, ਕਿਸ ਤਰ੍ਹਾਂ ਦੇ ਕੈਟਾਗਰੀ ਬੇਸਡ ਡਰਾ ਆਉਣੇ ਸ਼ੁਰੂ ਹੋ ਜਾਣੇ। ਉਹਦੀ ਗੱਲ ਮੈਂ ਇਸ ਵੀਡੀਓ ਦੇ ਵਿੱਚ ਕਰੂੰਗਾ ਤੇ ਤੁਹਾਡੇ ਨਾਲ ਆਰਟੀਕਲ ਵੀ ਜਿਹੜਾ ਹੈਗਾ ਹੈ ਉਹ ਸ਼ੇਅਰ ਕਰੂੰਗਾ ਜਿਹਦੇ ਰਾਹੀਂ ਸਰਕਾਰ ਨੇ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਆ। ਹਾਲੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਓ ਬਿਕੋਜ਼ ਮੈਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਲੇਟਡ ਕਾਫੀ ਜ਼ਿਆਦਾ ਟੌਪਿਕ ਆਪਣੇ ਚੈਨਲ ਤੇ ਡਿਸਕਸ ਕਰਦਾ ਰਹਿਣਾ। ਸੋ ਹੁਣ ਕੁਝ ਜਿਹੜੇਗੇ ਵਿਊਅਰਸ ਨਵੇਂ ਨੇ ਉਹਨਾਂ ਨੂੰ ਦੱਸਦਾ ਕਿ ਐਕਸਪ੍ਰੈਸ ਐਂਟਰੀ ਕੀ ਹੈ। ਐਕਸਪ੍ਰੈਸ ਐਂਟਰੀ ਬੇਸਿਕਲੀ ਇੱਕ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈਗਾ ਜਿਹਦੇ ਰਾਹੀਂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਆ ਸਕਦੇ ਹੋ। ਇਹਦੇ ਵਿੱਚ ਤਿੰਨ ਫੈਡਰਲ ਦੇ ਪ੍ਰੋਗਰਾਮ ਪਾਰਟਿਸਿਪੇਟ ਕਰਦੇ ਨੇ। ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਵੀ ਇਹਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ, ਫੋਰਨ ਵਰਕਰਸ ਦੀ ਵੀ ਗੱਲ ਕੀਤੀ ਗਈ ਹੈ, ਫ੍ਰੈਂਚ ਇਮੀਗ੍ਰੇਸ਼ਨ ਦੇ ਨੂੰ ਕਿਸ ਤਰ੍ਹਾਂ ਕੀ ਅਪਡੇਟ ਹੈਗਾ ਹੈ, ਫ੍ਰੈਂਚ ਇਮੀਗ੍ਰੇਸ਼ਨ ਨੂੰ ਪ੍ਰਮੋਟ ਕਰਨ ਦੀ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ। ਸੋ ਡਿਟੇਲ ਦੇ ਵਿੱਚ ਜੋ ਚੇਂजेस ਇੰਪਲੀਮੈਂਟ ਹੋ ਜਾਣਗੀਆਂ ਉਹਦੇ ਰਿਲੇਟਡ ਜੋ ਆਰਟੀਕਲ ਅੱਜ ਆਇਆ ਹੈਗਾ ਉਹਦੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰ ਲੈਂਦੇ ਹਾਂ। ਸੋ ਆਰਟੀਕਲ ਦਾ ਲਿੰਕ ਤੁਹਾਨੂੰ ਮੇਰੀ ਵੀਡੀਓ ਦੇ ਇਸ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਤੁਸੀਂ ਉੱਥੋਂ ਜਾ ਕੇ ਇਹਨੂੰ ਦੇਖ ਸਕਦੇ ਹੋ। ਸੋ ਸਰਕਾਰ ਨੇ ਕਿਹਾ ਹੈ ਕਿ ਕਰੰਟਲੀ ਉਹ ਕੰਮ ਕਰ ਰਹੇ ਨੇ ਇੰਪਲੀਮੈਂਟ ਕਰਨ ਦੇ ਲਈ ਸਿਲੈਕਟਿੰਗ ਕੈਂਡੀਡੇਟਸ ਥਰੂ ਐਕਸਪ੍ਰੈਸ ਐਂਟਰੀ ਟੂ ਸਪੋਰਟ ਅ ਰੇਂਜ ਆਫ ਇਕਨੋਮਿਕ ਨੀਡਸ ਐਂਡ ਪ੍ਰਾਇੋਰਟੀਜ਼ ਬਾਈ ਕ੍ਰੀਏਟਿੰਗ ਕੈਟਾਗਰੀਜ਼ that rely on key attributes। ਸਰਕਾਰ ਨੇ ਕਲੀਅਰਲੀ ਕਿਹਾ ਹੈ ਆਈਆਰਸੀਸੀ ਨੇ ਕਿ ਕੈਟਾਗਰੀਜ਼ ਬਣਾ ਦੇਣਗੇ ਜਿਨ੍ਹਾਂ ਦੇ ਰਾਹੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਚੇਂजेस ਦੇਖਣ ਨੂੰ ਮਿਲਣਗੀਆਂ। ਹੁਣ 2019 ਤੇ ਜੇ 2021 ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਬਿਟਵੀਨ 2019 ਤੇ 2021 ਤੱਕ ਕਿਹੜੇ ਕੈਂਡੀਡੇਟਸ ਨੂੰ ਇਨਵੀਟੇਸ਼ਨ ਟੂ ਅਪਲਾਈ ਇਸ਼ੂ ਹੋਏ ਸੀ ਐਕਸਪ੍ਰੈਸ ਐਂਟਰੀ ਦੇ ਵਿੱਚ। ਮੋਸਟਲੀ ਜਿਹੜੇ ਕਿ ਫੂਡ ਸਰਵਿਸ ਸੁਪਰਵਾਈਜ਼ਰ, ਐਡਮਿਨਿਸਟ੍ਰੇਟਿਵ ਅਸਿਸਟੈਂਟ, ਫਾਈਨੈਂਸ਼ੀਅਲ ਆਡੀਟਰ, ਰਿਟੇਲ ਸੇਲਸ ਸੁਪਰਵਾਈਜ਼ਰ, ਸੌਫਟਵੇਅਰ ਇੰਜੀਨੀਅਰ, ਇਹ ਲਿਸਟ ਹੈਗੀ ਹੈ। ਸਾਰਿਆਂ ਨਾਲੋਂ ਵੱਧ ਇਹਨਾਂ ਨੂੰ ਜਿਹੜਾਗਾ ਇਨਵੀਟੇਸ਼ਨ ਟੂ ਅਪਲਾਈ ਗਏ ਸੀ ਐਕਸਪ੍ਰੈਸ ਐਂਟਰੀ ਦੇ ਵਿੱਚ। ਸੋ ਹੁਣ ਕੀ ਹੋਏਗਾ, ਕੈਟਾਗਰੀ ਬੇਸਡ ਜਿਹੜੇ ਡਰਾ ਗਏ ਉਹਨਾਂ ਨਾਲ ਚੇਂजेस ਦੇਖਣ ਨੂੰ ਮਿਲਣਗੀਆਂ। ਹੁਣ ਕੈਟਾਗਰੀ ਬੇਸਡ ਸਿਲੈਕਸ਼ਨ ਕੀ ਹੈਗਾ ਹੈ, ਇਹਦੇ ਵਿੱਚ ਕ੍ਰੀਏਟ ਕਰ ਦੇਣੀਆਂ ਕੈਟਾਗਰੀਆਂ ਫॉर ਦੋਜ਼ ਵਿਦ ਵਰਕ ਐਕਸਪੀਰੀਅੰਸ ਇਨ ਅ ਪਾਰਟਿਕੂਲਰ ਆਕੂਪੇਸ਼ਨ ਔਰ ਵਿਦ ਅ ਪਾਰਟਿਕੂਲਰ ਐਜੂਕੇਸ਼ਨਲ ਬੈਕਗਰਾਉਂਡ or a category that could include multiple characteristics such as international students who graduated with a particular degree or hold a certain language level। So international graduates ਦੇ ਲਈ ਚੇਂजेस ਐਕਸਪ੍ਰੈਸ ਐਂਟਰੀ ਦੇ ਵਿੱਚ ਦੇਖਣ ਨੂੰ ਮਿਲਣਗੇ। ਜੇ ਤੁਸੀਂ ਕੋਈ ਪਾਰਟਿਕੂਲਰ ਡਿਗਰੀ ਕੀਤੀ ਹੈਗੀ ਕੋਈ ਡੀਐਲਆਈ ਤੋਂ ਜਿਹੜੀ ਹਾਈ ਇਨ ਡਿਮਾਂਡ ਹੈ, ਤੁਹਾਡੇ ਚਾਂਸਸ ਹੈਗੇ ਆ ਕਿ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਡਾਇਰੈਕਟ ਵੀ ਆ ਸਕਦਾ। ਜੇ ਤੁਹਾਡਾ ਐਕਸਪੀਰੀਅੰਸ ਹੈਗਾ ਹੈ 1 ਸਾਲ ਦਾ ਕੈਨੇਡੀਅਨ, ਤੁਸੀਂ ਐਕਸਪੀਰੀਅੰਸ ਗੇਨ ਕੀਤਾ ਹੋਇਆ, ਤੁਹਾਡੇ ਚਾਂਸਸ ਕਾਫੀ ਜ਼ਿਆਦਾ ਸਟਰੋਂਗ ਬਣ ਜਾਣਗੇ। ਤੁਹਾਨੂੰ ਜਿਹੜਾ ਹੈਗਾ ਹੈ ਜ਼ਿਆਦਾ ਸਕੋਰ ਕਰਨ ਦੇ ਲਈ ਬੈਟਰ ਜਿਹੜਾ ਹੈਗਾ ਲੈਂਗੁਏਜ ਦਾ ਇੰਪਰੂਵ ਕਰਨਾ ਜਾਂ ਐਲਐਮਆਈਏ ਬੇਸਡ ਪੀਆਰ ਸਪੋਰਟਿਵ ਐਲਐਮਆਈ ਲੈਣ ਦੀ ਲੋੜ ਨਹੀਂ ਪਏਗੀ। ਤੁਸੀਂ ਕਿਤੇ ਨਾ ਕਿਤੇ ਡਾਇਰੈਕਟ ਹੀ ਕੁਆਲੀਫਾਈ ਕਰਨਾ ਸ਼ੁਰੂ ਕਰ ਜਾਓਗੇ। ਸੋ ਹੁਣ ਇਹਦੇ ਨਾਲ ਕੀ ਹੋਏਗਾ, ਇਟ ਵਿਲ ਕੰਪਰਾਈਜ਼ ਅ ਪੋਰਸ਼ਨ ਆਫ ਓਵਰਆਲ ਇਨਵੀਟੇਸ਼ਨਸ ਟੂ ਅਪਲਾਈ ਐਂਡ ਇਨਵੀਟੇਸ਼ਨ ਬੇਸਡ ਔਨ ਸੀਆਰਐਸ ਸਿਸਟਮ ਸਕੋਰ ਐਂਡ ਇੰਡੀਵਿਜੂਅਲ ਪ੍ਰੋਗਰਾਮ ਵਿਲ ਰਿਮੇਨ। ਸੋ ਜਿਹੜਾ ਆਲਰੇਡੀ ਐਗਜ਼ਿਸਟਿੰਗ ਸੀਆਰਐਸ ਸਿਸਟਮ ਸੀਗਾ ਜਿਹਦੇ ਵਿੱਚ ਹਾਈਐਸਟ ਰੈਂਕਿੰਗ ਕੈਂਡੀਡੇਟ ਨੂੰ ਇਨਵੀਟੇਸ਼ਨ ਦਿੱਤੇ ਜਾਂਦੇ ਸੀ, ਉਹ ਉਸ ਤਰ੍ਹਾਂ ਹੀ ਰਹੇਗਾ। ਉਹ ਬਟ ਉਹਦੇ ਵਿੱਚ ਕੀ ਹੋਏਗਾ, ਕੁਛ ਨਾ ਕੁਛ ਜਿਹੜਾਗਾ ਉਹ ਕੰਪਰਾਈਜ਼ ਹੋ ਜਾਏਗਾ ਪੋਰਸ਼ਨ। ਉਹਦੇ ਵਿੱਚ ਤੁਹਾਨੂੰ ਘੱਟ ਇਨਵੀਟੇਸ਼ਨ ਟੂ ਅਪਲਾਈ ਦੇਖਣ ਨੂੰ ਮਿਲਣਗੇ ਬਿਕੋਜ਼ ਜਿਹੜੇਗੇ ਇੱਕ ਅਲੱਗ ਤਰ੍ਹਾਂ ਤੇ ਜੋ ਇਸ ਤਰ੍ਹਾਂ ਦੇ ਡਰਾ ਨੇਗੇ ਕੈਟਾਗਰੀ ਬੇਸ ਸਿਲੈਕਸ਼ਨ ਡਰਾ ਨੇ ਉਹ ਆਣੇ ਸ਼ੁਰੂ ਹੋ ਜਾਣਗੇ। ਸੋ ਕਿਤੇ ਨਾ ਕਿਤੇ ਜਿਹੜੇਗੇ ਕੈਂਡੀਡੇਟਸ ਹਾਈਐਸਟ ਸਕੋਰ ਕਰ ਰਹੇ ਸੀਗੇ ਉਹਨਾਂ ਦੇ ਜਿਹੜੇ ਇਨਵੀਟੇਸ਼ਨ ਟੂ ਅਪਲਾਈ ਘਟ ਕੇ ਕੈਟਾਗਰੀ ਬੇਸ ਡਰਾ ਦੇ ਵਿੱਚ ਡਿਵਾਈਡ ਹੋ ਜਾਣਗੇ। ਸੋ ਇਹ ਦੇਖਣ ਵਾਲਾ ਹੋਏਗਾ ਕਿ ਕਿਸ ਤਰ੍ਹਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੰਪਲੀਮੈਂਟੇਸ਼ਨ ਹੁੰਦੀ ਹੈ। ਸੋ ਹੁਣ ਅੱਗੇ ਆਪਾਂ ਗੱਲ ਕਰ ਲੈਣੇ ਹੈਗੇ ਆ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਕੈਟਾਗਰੀਜ਼ ਹੈਗੀਆਂ ਉਹ ਡਿਵਾਈਡ ਹੋ ਜਾਣੀਆਂ। ਸੋ ਬੇਸਿਕਲੀ ਸਟੈਟਿਸਟਿਕ ਕੈਨੇਡਾ ਨੇ ਰਿਲੀਜ਼ ਕੀਤਾ ਸੀਗਾ ਕਿ ਦ ਮੋਸਟ ਐਕਿਊਰੇਟ ਸ਼ੋਰਟੇਜ ਆਰ ਫਾਊਂਡ ਇਨ ਕੰਸਟਰਕਸ਼ਨ ਟ੍ਰੇਡਸ, ਐਡਮਿਨਿਸਟ੍ਰੇਟਿਵ ਐਂਡ ਸਪੋਰਟ ਸਰਵਿਸਿਜ਼, ਵੇਸਟ ਮੈਨੇਜਮੈਂਟ ਐਂਡ ਰੈਮੀਡੀਏਸ਼ਨ ਸਰਵਿਸਿਜ਼, ਹੈਲਥ ਕੇਅਰ ਐਂਡ ਸੋਸ਼ਲ ਅਸਿਸਟੈਂਸ। ਸੋ ਬੇਸਿਕਲੀ ਸਟੈਟ ਕੈਨੇਡਾ ਨੇ ਰਿਪੋਰਟ ਕੱਢੀ ਸੀਗੀ ਕਿ ਇਹਨਾਂ ਜ਼ਿਆਦਾ ਜਿੰਨੀਆਂ ਵੀ ਲੇਬਰ ਸ਼ਾਰਟੇਜ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈਗੀ ਹੈ ਕੰਸਟਰਕਸ਼ਨ ਟ੍ਰੇਡ ਵਿੱਚ। ਇਹਨਾਂ ਸਾਰੀਆਂ ਜਿੰਨੀਆਂ ਓਕੂਪੇਸ਼ਨ ਤੁਸੀਂ ਲਿਸਟ ਦੇਖ ਰਹੇ ਹੋ ਇਹਨਾਂ ਵਿੱਚ ਕਾਫੀ ਜ਼ਿਆਦਾ ਲੇਬਰ ਸ਼ਾਰਟੇਜ ਦੇਖਣ ਨੂੰ ਮਿਲਦੀ ਹੈ। ਸੋ ਆਉਣ ਵਾਲੇ ਕੈਟਾਗਰੀ ਬੇਸਡ ਡਰਾ ਦੇ ਵਿੱਚ ਇਹਨਾਂ ਦੇ ਵਿੱਚ ਜੇ ਕਿਸੇ ਦਾ ਐਕਸਪੀਰੀਅੰਸ ਹੈਗਾ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਚਾਂਸ ਹੈਗੇ ਇਨਵੀਟੇਸ਼ਨ ਟੂ ਅਪਲਾਈ ਆਣੇ ਸ਼ੁਰੂ ਹੋ ਜਾਣੇ ਹੈਗੇ ਆ। ਸੋ ਪਹਿਲੀ ਜਿਹੜੀ ਕੈਟਾਗਰੀ ਹੈਗੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਬਣਾਈ ਜਾਏਗੀ, ਉਹਦੇ ਵਿੱਚ ਕੀ ਹੋਏਗਾ, ਕੈਂਡੀਡੇਟ ਨੂੰ ਸਿਲੈਕਟ ਕੀਤਾ ਜਾਏਗਾ ਬੇਸਡ ਔਨ ਵਰਕ ਐਕਸਪੀਰੀਅੰਸ ਇਨ ਅ ਪਾਰਟਿਕੂਲਰ ਆਕੂਪੇਸ਼ਨ ਔਰ ਸੈਕਟਰ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈਗੀ ਹੈ ਪਾਰਟਿਕੂਲਰ ਸੈਕਟਰ ਦੇ ਵਿੱਚ ਜਿੱਥੇ ਲੇਬਰ ਸ਼ਾਰਟੇਜ ਦੇਖਣ ਨੂੰ ਮਿਲ ਰਹੀ ਹੈ ਉਹਦੇ ਅਕੋਰਡਿੰਗ ਜਿਹੜਾਗਾ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਇਸ਼ੂ ਹੋਣੇ ਸ਼ੁਰੂ ਹੋ ਜਾਣੇ। ਸੋ ਇੱਕ ਤਾਂ ਇਹ ਪੋਸੀਬਲ ਕੈਟਾਗਰੀ ਬਣ ਜਾਏਗੀ।
ਸੈਕੰਡ ਨੰਬਰ ਦੀ ਪੋਸੀਬਲ ਕੈਟੇਗਰੀ ਕੀ ਬਣੇਗੀ? ਟ੍ਰਾਂਜ਼ਿਸ਼ਨਿੰਗ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟਸ ਟੂ ਪਰਮਾਨੈਂਟ ਰੈਜ਼ੀਡੈਂਸ। ਸੋ ਸੈਕੰਡ ਪੋਸੀਬਲ ਕੈਟੇਗਰੀ ਇਹ ਬਣੇਗੀ। ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇੱਕ ਬਹੁਤ ਹੀ ਇਹ ਗੁੱਡ ਨਿਊਜ਼ ਹੈ। ਪੋਟੈਂਸ਼ੀਅਲ ਕੈਟੇਗਰੀ ਫॉर ਸਿਲੈਕਸ਼ਨ ਇਨ ਐਕਸਪ੍ਰੈਸ ਐਂਟਰੀ ਫੋਕਸਡ ਔਨ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟ could respond more directly to critical shortage that persist across various sectors and occupation. A possible category could, for example, include graduates with a degree or diploma in demand fields from a DLI. So ਕੀ ਹੋਏਗਾ ਜੇ ਤੁਸੀਂ ਸਟੱਡੀ ਕੀਤੀ ਹੈਗੀ ਹੈ ਕੋਈ ਪਾਰਟਿਕੂਲਰ ਕੋਰਸ ਤੋਂ, ਜੇ ਤੁਸੀਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੀ ਸਟੱਡੀ ਕੀਤੀ ਹੋਈ ਹੈ, ਜਾਂ ਕੋਈ ਐਸੀ ਸਕਿੱਲ ਟ੍ਰੇਡ ਦੀ ਸਟੱਡੀ ਕੀਤੀ ਹੈ, ਹੈਲਥ ਸੈਕਟਰ 'ਚ ਤੁਸੀਂ ਸਟੱਡੀ ਕੀਤੀ ਹੈ, ਤੁਹਾਡੇ ਜਿਹੜੇ ਚਾਂਸਸ ਹੈਗੇ ਕਾਫੀ ਜ਼ਿਆਦਾ ਸਟਰੋਂਗ ਬਣ ਜਾਣੇ ਕਿ ਤੁਹਾਨੂੰ ਜਿਹੜਾ ਹੈਗਾ ਹੈ, ਇੱਕ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ 1 ਸਾਲ ਦਾ, ਤੁਹਾਡੇ ਕੋਲੇ ਜਿਹੜਾ ਹੈਗਾ ਜਾਂ ਇਨਸਾਈਡ ਕੈਨੇਡਾ ਜਾਂ ਆਊਟਸਾਈਡ ਕੈਨੇਡਾ ਹੈ, ਤੁਹਾਡੀ ਸਟੱਡੀ ਰੈਲੇਵੈਂਟ ਹੈ, ਇਨ ਡਿਮਾਂਡ ਫੀਲਡ ਦੇ ਵਿੱਚ ਹੈ, ਤੁਹਾਡੇ ਜਿਹੜਾ ਹੈਗਾ ਐਕਸਪ੍ਰੈਸ ਐਂਟਰੀ ਦੇ ਵਿੱਚ ਬਹੁਤ ਜ਼ਿਆਦਾ ਹਾਈ ਚਾਂਸ ਬਣ ਜਾਣੇ ਕਿ ਤੁਹਾਨੂੰ ਡਾਇਰੈਕਟ ਜਿਹੜਾ ਇਨਵੀਟੇਸ਼ਨ ਟੂ ਅਪਲਾਈ ਆ ਜਾਏਗਾ। ਸੋ ਨੈਕਸਟ ਕੈਟੇਗਰੀ ਕਿਸ ਤਰ੍ਹਾਂ ਦੀ ਬਣ ਜਾਏਗੀ? ਉਹ ਹੋਗੀ ਟ੍ਰਾਂਜ਼ਿਸ਼ਨਿੰਗ ਟੈਂਪਰਰੀ ਫੋਰਨ ਵਰਕਰਸ ਟੂ ਪਰਮਾਨੈਂਟ ਰੈਜ਼ੀਡੈਂਸ। ਸੋ ਬਹੁਤ ਸਾਰੇ ਟੈਂਪਰਰੀ ਫੋਰਨ ਵਰਕਰ ਜੋ ਕੈਨੇਡਾ ਦੇ ਵਿੱਚ ਨੇ, ਇਨਕਲੂਡਿੰਗ ਉਹ ਓਪਨ ਵਰਕ ਪਰਮਿਟ ਤੇ ਨੇ, ਚਾਹੇ LMIA ਬੇਸਡ ਵਰਕ ਪਰਮਿਟ ਤੇ ਨੇ, ਕੋਈ ਸਪਾਊਸਲ ਓਪਨ ਵਰਕ ਪਰਮਿਟ ਤੇ ਨੇ, ਉਹਨਾਂ ਲਈ ਕੀਗਾ, ਉਹਨਾਂ ਦੇ ਲਈ ਵੀ ਇੱਕ ਇਹ ਖੁਸ਼ਖਬਰੀ ਹੈਗੀ, ਉਹਨਾਂ ਦੇ ਲਈ ਵੀ ਇੱਕ ਟੈਂਪਰਰੀ ਫੋਰਨ ਵਰਕਰ ਟੂ ਪਰਮਾਨੈਂਟ ਰੈਜ਼ੀਡੈਂਟ ਕੈਟੇਗਰੀ ਜਿਹੜੀ ਹੈਗੀ ਇੱਥੇ ਬਣ ਜਾਏਗੀ। So, as with international students, a category for selection and express entry focused on transitioning skilled temporary foreign workers could improve responsiveness to chronic economic needs. Temporary workers are good candidates for permanent resident as they have opportunity to find work in their field. So, ਉਹਨਾਂ ਦੇ ਲਈ ਵੀ ਇੱਕ ਇੱਥੇ ਚੰਗੀ ਖੁਸ਼ਖਬਰੀ ਹੈ ਬਿਕੋਜ਼ ਆਲਰੇਡੀ ਉਹ ਕੈਨੇਡੀਅਨ ਸਿਸਟਮ ਦੇ ਵਿੱਚ ਅਡਾਪਟ ਹੋ ਚੁੱਕੇ ਹੁੰਦੇ ਨੇ, ਉਹਨਾਂ ਕੋਲ ਰਾਈਟ ਸਕਿੱਲਸ ਹੁੰਦੀਆਂ, ਐਕਸਪੀਰੀਅੰਸ ਹੁੰਦਾ ਹੈ। ਸੋ ਬੇਸਡ ਔਨ ਦੈਟ ਜਿਹੜਾ ਹੈਗਾ ਹੈ ਇੱਕ ਕੈਟੇਗਰੀ ਦੇ ਅਕੋਰਡਿੰਗ ਜਿਹੜਾ ਹੈਗਾ ਡਰਾਅ ਆਪਾਂ ਨੂੰ ਦੇਖਣ ਨੂੰ ਮਿਲਣਗੇ। ਨੈਕਸਟ ਜਿਹੜੀ ਪ੍ਰਾਇੋਰਟੀ ਹੋਏਗੀ ਸਪੋਰਟਿੰਗ ਫ੍ਰੈਂਕੋਫੋਨ ਇਮੀਗ੍ਰੇਸ਼ਨ। ਸੋ ਬੇਸਿਕਲੀ IRCC ਦਾ ਇੱਕ ਇਹ ਵੀ ਟਾਰਗੇਟ ਹੈਗਾ ਕਿ ਆਊਟਸਾਈਡ ਕਿਊਬੈਕ ਉਹ ਫ੍ਰੈਂਚ ਇਮੀਗ੍ਰੇਸ਼ਨ ਨੂੰ ਪ੍ਰਮੋਟ ਕਰ ਰਹੇ ਨੇ, ਜਿਸ ਤਰ੍ਹਾਂ 2022 ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ। ਫਿਫਥ ਨੰਬਰ ਦੀ ਜਿਹੜੀ ਪੋਸੀਬਲ ਕੈਟੇਗਰੀ ਬਣ ਜਾਏਗੀ ਸਿਲੈਕਟਿੰਗ ਫ੍ਰੈਂਕੋਫੋਨ ਐਂਡ ਬਾਇਲਿੰਗੁਅਲ ਕੈਂਡੀਡੇਟਸ by designing a category for selection in express entry based on proficiency in French and experience in demand sector or occupation. We could help fill persistent labor shortage in francophone minority communities. So still ਇਹ ਵੀ ਪ੍ਰਾਇੋਰਟੀ ਦੇ ਵਿੱਚ ਜ਼ਿਆਦਾਤਰ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਤੇ ਇਨ ਡਿਮਾਂਡ ਜੇ ਉਹਨਾਂ ਨੂੰ ਓਕੂਪੇਸ਼ਨ ਦੇ ਵਿੱਚ ਉਹਨਾਂ ਕੋਲ ਐਕਸਪੀਰੀਅੰਸ ਹੈਗਾ, ਉਹਨਾਂ ਦੇ ਲਈ ਵੀ ਇੱਕ ਅਲੱਗ ਤੋਂ ਕੈਟੇਗਰੀ ਬਣ ਜਾਏਗੀ। ਸੋ ਇਹ ਸੀਗਾ ਮੇਰਾ ਇੱਕ ਰੀਸੈਂਟ ਤੁਹਾਨੂੰ ਦੱਸਣ ਦਾ ਰੀਸੈਂਟ ਅਪਡੇਟ ਜੋ ਕੈਨੇਡੀਅਨ ਇਮੀਗ੍ਰੇਸ਼ਨ ਨੇ ਦੱਸੀ ਹੈਗੀ ਹੈ, ਕਿਸ ਤਰ੍ਹਾਂ ਦੇ ਚੇਂਜਸ ਆਉਣ ਵਾਲੇ ਦਿਨਾਂ 'ਚ ਐਕਸਪੈਕਟਡ ਹੈ। ਐਜ਼ ਵੀ ਆਲ ਨੋ ਬਿਲ C-19 ਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਹੈ ਮਾਰਚ ਅਪ੍ਰੈਲ ਦੇ ਵਿੱਚ ਆਸ ਲਗਾਈ ਜਾ ਰਹੀ ਸੀਗੀ। ਸੋ ਅੱਜ ਸਰਕਾਰ ਨੇ ਕੀ ਕੀਤਾ ਹੈਗਾ ਹੈ, ਕੁਝ ਉਹਦੇ ਬਾਰੇ ਆਈਡੀਆ ਦਿੱਤਾ ਹੈ ਕਿਸ ਤਰ੍ਹਾਂ ਦੀਆਂ ਕੈਟੇਗਰੀਆਂ ਡਿਵਾਈਡ ਹੋ ਜਾਣੀਆਂ, ਕਿਸ ਤਰ੍ਹਾਂ ਦੀ ਜਿਹੜੀ ਲੇਬਰ ਸ਼ਾਰਟੇਜ ਹੈਗੀ ਉਹਨੂੰ ਧਿਆਨ 'ਚ ਰੱਖਦੇ ਹੋਏ ਉਹ ਡਰਾਅ ਜਿਹੜੇ ਗੇ ਆਣਗੇ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਲਰੇਡੀ ਜੋ ਐਗਜ਼ਿਸਟਿੰਗ ਐਕਸਪ੍ਰੈਸ ਐਂਟਰੀ ਦੇ ਡਰਾਅ ਗੇ ਉਹ ਬੰਦ ਹੋ ਜਾਣੇ ਆ। ਕਿਤੇ ਨਾ ਕਿਤੇ ਉਹ ਵੀ ਕੰਟੀਨਿਊ ਰਹਿਣਗੇ, ਬਟ ਕਿਤੇ ਨਾ ਕਿਤੇ ਕੀ ਹੋਏਗਾ ਕਿ ਦੋਨਾਂ ਦੇ ਵਿੱਚ ਜਿਹੜਾ ਹੈਗਾ ਆ ਇਨਵੀਟੇਸ਼ਨ ਟੂ ਅਪਲਾਈ ਵੰਡ ਜਾਣਗੇ। ਸੋ ਕਿਤੇ ਨਾ ਕਿਤੇ ਕੈਟੇਗਰੀ ਬੇਸਡ ਡਰਾਅ ਦੇ ਵਿੱਚ ਚਲੇ ਜਾਣਗੇ, ਕੁਛ ਜਿਹੜੇ ਹੈਗੇ ਹਾਈਐਸਟ ਰੈਂਕਿੰਗ ਕੈਂਡੀਡੇਟਸ ਨੂੰ ਚਲੇ ਜਾਣਗੇ। ਸੋ ਇਸ ਜਿਹੜੇ ਆਰਟੀਕਲ ਦਾ ਸੋਰਸ ਹੈ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਤੁਸੀਂ ਖੁਦ ਇਹਨੂੰ ਆਪਣੀ ਰਿਸਰਚ ਕਰ ਸਕਦੇ ਹੋ, ਪੜ੍ਹ ਸਕਦੇ ਹੋ। ਦੇਖਣ ਦੇ ਲਈ ਅੱਜ ਦੀ ਅਪਡੇਟ ਹੈਗੀ ਹੈ ਜਨਵਰੀ 9 ਨੂੰ। ਮੈਂ ਆਸ ਕਰਦਾ ਹੈਗਾ ਮੇਰੀ ਵੀਡੀਓ ਜਿਹੜੀ ਹੈਗੀ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਏਗੀ। ਜ਼ਿਆਦਾ ਜਾਣਕਾਰੀ ਲੈਣ ਲਈ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਤੁਹਾਡਾ ਟੌਪਿਕ ਹੈਗਾ ਤੁਸੀਂ ਮੇਰੇ ਨਾਲ ਕੰਸਲਟੇਸ਼ਨ ਵੀ ਬੁੱਕ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ।